हेलो एवरीवन वेलकम टू केमिस्ट्री रियल ਅੱਜ ਬੇਟੇ ਆਪਾਂ ਕਲਾਸ 11 ਦਾ ਕੈਮਿਸਟਰੀ ਦਾ ਟਰਮ 2 ਵਾਸਤੇ ਜੋ ਆਪਾਂ ਨੂੰ ਫਾਈਨਲ ਪੇਪਰ ਆਣਾ ਹੈ ਉਹਦੇ ਲਈ ਇੱਕ ਆਪਾਂ ਸੈਂਪਲ ਪੇਪਰ ਸਟੱਡੀ ਕਰਨਾ ਹੈ ਸੋ ਇਸ ਸੈਂਪਲ ਪੇਪਰ ਦੇ ਵਿੱਚ ਮੈਕਸਿਮਮ ਮਾਰਕਸ 35 ਹੈ ਔਰ 17 ਕੁਐਸਚਨ ਤੁਹਾਨੂੰ ਟੋਟਲ ਮਿਲਣਗੇ ਸਾਰੇ ਕੁਐਸਚਨ ਕੰਪਲਸਰੀ ਹੈ ਬੇਟਾ ਔਰ ਪਹਿਲੇ ਸੈਕਸ਼ਨ ਦੇ ਵਿੱਚ 5 ਸਵਾਲ ਤੁਹਾਨੂੰ 1 ਮਾਰਕਸ ਦੇ ਦੈਨ ਸੈਕਸ਼ਨ ਬੀ ਦੇ ਵਿੱਚ ਤੁਹਾਨੂੰ 2 ਮਾਰਕਸ ਦੇ ਸਵਾਲ ਪੁੱਛੇ ਜਾਣਗੇ ਸੈਕਸ਼ਨ ਸੀ ਦੇ ਵਿੱਚ 3 ਨੰਬਰਾਂ ਦੇ ਸਵਾਲ ਔਰ ਸੈਕਸ਼ਨ ਡੀ ਦੇ ਵਿੱਚ ਜਿਹੜਾ 5 ਨੰਬਰ ਦਾ ਸਵਾਲ ਪੁੱਛਿਆ ਜਾਏਗਾ ਔਰ ਸੈਕਸ਼ਨ ਡੀ ਦੇ ਵਿੱਚ ਇੰਟਰਨਲ ਚੁਆਇਸ ਹੋਏਗੀ ਸੋ ਸੈਕਸ਼ਨ ਏ ਦੇ ਸਵਾਲ ਤੁਹਾਡੇ ਸਾਹਮਣੇ ਹੈ ਇਸੇ ਤਰੀਕੇ ਨਾਲ ਬੇਟਾ ਸੈਕਸ਼ਨ ਬੀ ਦੇ ਸਵਾਲ ਔਰ ਸੈਕਸ਼ਨ ਸੀ ਔਰ ਡੀ ਦੇ ਸਵਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਜਿਹੜੀ ਪੀਡੀਐਫ ਹੈ ਬੇਟਾ ਤੁਸੀਂ ਟੈਲੀਗ੍ਰਾਮ ਚੈਨਲ 'ਚੋਂ ਲੈ ਸਕਦੇ ਹੋ ਲੈਟਸ ਫੋਕਸ ਨਾਓ ਔਨ ਦੀ ਆਨਸਰਸ ਸੋ ਸੈਕਸ਼ਨ ਏ ਦਾ ਪਹਿਲਾ ਸਵਾਲ ਹੈ ਕਿ ਕਿਸੇ ਸਟਰੋਂਗ ਐਸਿਡ ਤੇ ਸਟਰੋਂਗ ਬੇਸ ਦਾ ਨਾਮ ਦੱਸੋ ਸੋ ਸਟਰੋਂਗ ਐਸਿਡ ਤੁਸੀਂ HCl H2SO4 ਲਿਖ ਸਕਦੇ ਹੋ ਸਟਰੋਂਗ ਬੇਸ ਦੇ ਵਿੱਚ ਬੇਟੇ ਤੁਸੀਂ NaOH KOH ਇਹਨਾਂ ਦੇ ਨਾਮ ਮੈਂਸ਼ਨ ਕਰ ਸਕਦੇ ਹੋ ਦੂਸਰੇ ਸਵਾਲ ਦੇ ਵਿੱਚ ਤੁਹਾਨੂੰ ਲੂਇਸ ਕਨਸੈਪਟ ਦੇ ਅਕੋਰਡਿੰਗਲੀ ਐਸਿਡ ਔਰ ਬੇਸ ਦੀ ਡੈਫੀਨੇਸ਼ਨ ਪੁੱਛੀ ਹੈ ਸੋ ਲੂਇਸ ਐਸਿਡ ਹੁੰਦੇ ਹੈ ਜਿਹੜੇ ਇਲੈਕਟ੍ਰੋਨ ਡੈਫੀਸ਼ੀਐਂਟ ਹੋਣਗੇ ਤੇ ਜਿਹੜੇ ਇਲੈਕਟ੍ਰੋਨਸ ਨੂੰ ਗੇਨ ਕਰਨਗੇ ਫॉर ਐਗਜ਼ਾਮਪਲ BF3 ਲੂਇਸ ਬੇਸ ਕੀ ਹੁੰਦੇ ਹੈ ਅਜਿਹੇ ਸਬਸਟੈਂਸਸ ਜਿਨ੍ਹਾਂ ਕੋਲੇ ਲੋਨ ਪੇਅਰ ਆਫ ਇਲੈਕਟ੍ਰੋਨਸ ਹੁੰਦਾ ਹੈ ਜਾਂ ਫालतू ਇਲੈਕਟ੍ਰੋਨ ਹੁੰਦੇ ਹੈ ਜਿਹੜੇ ਇਲੈਕਟ੍ਰੋਨ ਡੋਨੇਟ ਕਰਦੇ ਹੈ नेक्स्ट क्वेश्चन ड्राई आइस की है तो कार्बन डाइऑक्साइड बेटा ईजीली ही लिक्विफाई की जा सकती है और जो लिक्विड कार्बन डाइऑक्साइड बन जाती है तो उन्होंने आप होर ठंडा करके सॉलिडिफाई कर सकते हैं तो सॉलिड कार्बन डाइऑक्साइड ਨੂੰ सॉलिड स्टेट ਦੇ ਵਿੱਚ ਜਿਹੜੀ कार्बन डाइऑक्साइड ਹੁੰਦੀ ਹੈ ਉਹਨੂੰ ਆਪਾਂ ड्राई आइस ਕਹਿੰਦੇ हैं इट डज नॉट वेट दी क्लॉथ और पेपर ये चीज़ याद रखनी है इट is different from ice because it does not wet गिला नहीं करती है then अपने को आंदा है चौथा सवाल जिथे अपने को इंडक्टिव इफेक्ट की डेफिनेशन पूछी है तो इंडक्टिव इफेक्ट बेटे ध्यान च रखो कि जो सिंगल बॉन्ड दे विच यानी कि सिग्मा इलैक्ट्रॉन्स जेड़े है कार्बन चेन दे विच एक दिशा वल डिस्प्लेस होन किधर जिधर कोई पोलर ग्रुप लग्या होवे कोई इलैक्ट्रोनैगेटिव ग्रुप लग्या होवे इस मूवमेंट नू इस इलैक्ट्रॉन डिस्प्लेसमेंट नू कहा जाता है इंडक्टिव इफेक्ट नैक्सट क्वेश्चन 1 मार्क का है कि इन्हां दोनों के विचों केड़ा एरोमैटिक है तो इनका आंसर है कि बेंजीन इज एरोमैटिक बिकॉज बेंजीन दे कोले 6 पाई इलैक्ट्रॉन है जो कि 4n+2 पाई इलैक्ट्रॉन्स ਦੇ ਵਿੱਚ ਜਦੋਂ ਆਪਾਂ n1 ਦੇ ਇਕੁਅਲ ਪੁੱਟ ਕਰਦੇ ਹਾਂ ਤਾਂ ਉਹਦੇ ਬਰਾਬਰ ਹੁੰਦਾ ਹੈ ਨੈਕਸਟ ਸੈਕਸ਼ਨ B ਦੇ ਵਿੱਚ ਬੇਟੇ ਆਪਣੇ ਕੋਲੇ ਨੂਮੈਰੀਕਲ ਹੈ ਕਿ ਇੱਕ ਗੈਸ ਦਾ ਵੋਲਿਊਮ ਦਿੱਤਾ ਗਿਆ ਹੈ ਇੰਨੇ ਟੈਂਪਰੇਚਰ ਤੇ ਅਗਰ ਟੈਂਪਰੇਚਰ 25 ਡਿਗਰੀ ਤੋਂ ਵਧਾ ਕੇ 60 ਡਿਗਰੀ ਕਰ ਦਈਏ ਤਾਂ ਨਿਊ ਵੋਲਿਊਮ ਕੀ ਹੋਏਗਾ ਪ੍ਰੈਸ਼ਰ ਰਿਮੇਨਸ ਕਾਂਸਟੈਂਟ ਜਦੋਂ ਪ੍ਰੈਸ਼ਰ ਕਾਂਸਟੈਂਟ ਹੈ ਨਾ ਬੇਟਾ ਤਾਂ ਆਪਾਂ ਇੱਥੇ ਚਾਰਲਸ ਲਾਅ ਅਪਲਾਈ ਕਰਨਾ ਹੈ ਜਿਹੜੇ ਦੋ ਟੈਂਪਰੇਚਰ ਡਿਗਰੀ ਸੈਂਟੀਗ੍ਰੇਡ 'ਚ ਦਿੱਤੇ ਹੈ ਆਪਾਂ ਪਹਿਲਾਂ ਉਹਦੇ 'ਚ 273 ਐਡ ਕਰਕੇ ਉਹਨੂੰ ਕੈਲਵਿਨ 'ਚ ਕਨਵਰਟ ਕਰ ਲੈਣਾ ਹੈ ਵੈਲਿਊਜ਼ ਪੁੱਟ ਕਰਾਂਗੇ ਤਾਂ ਆਪਣੇ ਕੋਲੇ V2 ਨਵੇਂ ਵੋਲਿਊਮ ਦੀ ਜਿਹੜੀ ਵੈਲਿਊ ਹੈ 1.67 ਲੀਟਰ ਆ ਜਾਏਗੀ ਨੈਕਸਟ ਕੁਐਸਚਨ ਇਜ਼ ਕਿ ਆਪਾਂ pH फाइंड करना है किसी सॉफ्ट ड्रिंक का जिंदे च हाइड्रोनियम आयन कंसनट्रेशन मतलब H पॉजिटिव आयन की कंसनट्रेशन दी हुई है 3.8 इंटू 10⁻³ तो pH का फॉर्मूला नेगेटिव लॉग ऑफ H आयन कंसनट्रेशन जो आप बेटे सॉल्व करांगे तो अपने को pH की वैल्यू 2.421 आ जाएगी 8th क्वेश्चन है एंट्रोपी ਨੂੰ डिफाइन करना है तो ये दसना है कि एंट्रोपी एक स्टेट फंक्शन है एंट्रोपी ਹੁੰਦੀ है बेटा डिग्री ऑफ रैंडमनेस ਤੇ ਜਿੰਨੀ ਜ਼ਿਆਦਾ एंट्रोपी होएगी उन्नी ज़्यादा रैंडमनेस होएगी ਤੇ ਆਪਾਂ बेटा डेल्टा S ਜਿਹੜੀ है वो पॉजिटिव लिखते हैं एंट्रोपी च चेंज पॉजिटिव लिखते हैं फॉर अ स्पॉन्टेनियस प्रोसेस
दैन एंट्रोपी एक स्टेट फंक्शन है। क्यों स्टेट फंक्शन है? क्योंकि एंट्रोपी की वैल्यू सिर्फ उनकी इनिशियल ते फाइनल स्टेट ते डिपेंड करती है, ना कि पाथ फॉलोड। नैक्सट क्वेश्चन आता है बेटा, आप आइडियल गैस इक्वेशन डिराइव करनी है। तो आइडियल गैस इक्वेशन की डेरिवेशन च बॉयल्स लॉ की स्टेटमेंट, मैथमैटिकल फॉर्मूला, चार्ल्स लॉ की, दैन एवोगेड्रो लॉ। जे इन्होंने सारिਆਂ ਆਪਾਂ बेटे इक्वेशन 1 2 3 ਨੂੰ ਆਪਾਂ ਕੰਬਾਈਨ ਕਰਦੇ हैं तो ਅਸੀਂ वॉल्यूम ਦਾ रिलेशन देख रहे हैं कि वॉल्यूम ਜਿਹੜਾ है वो n और t ਦੇ ਤਾਂ डायरैक्टली प्रोपोर्शनल है, p ਦੇ ਇਨਵਰਸਲੀ प्रोपोर्शनल है। ਜਦੋਂ ਆਪਾਂ बेटा ਇੱਥੇ p और v ਇਹਨਾਂ ਨੂੰ ਇੱਕ ਪਾਸੇ ਲਿਜਾਨੇ ਹੈ ਤਾਂ ਪ੍ਰੋਪੋਰਸ਼ਨੈਲਿਟੀ ਨੂੰ ਇਕੁਐਲਿਟੀ 'ਚ ਚੇਂਜ ਕਰਦੇ ਆ ਤਾਂ ਇੱਥੇ r ਯੂਨੀਵਰਸਲ ਗੈਸ ਕਨਸਟੈਂਟ ਜਿਹਦੀਆਂ ਵੈਲਿਊਜ਼ ਯੂਨਿਟਸ ਦੀ ਅਲੱਗ-ਅਲੱਗ ਕੇਸਿਸ ਦੇ ਵਿੱਚ 0.082 82.1 0.083 83.1 ਤੇ 8.314 ਹੋ ਸਕਦੀਆਂ। ਇਹ r ਵੈਲਿਊਜ਼ ਲਿਖਣੀ ਹੈ। ਨੈਕਸਟ ਕੁਐਸਚਨ ਦੇ ਵਿੱਚ ਬੇਟੇ ਆਪਾਂ ਆਕਸੀਡੇਸ਼ਨ ਨੰਬਰ ਫਾਈਂਡ ਆਊਟ ਕਰਨਾ ਹੈ ਕਿੰਦਾ, ਜਿਹੜਾ ਅੰਡਰਲਾਈਨ ਐਲੀਮੈਂਟ ਹੈ। ਹੁਣ ਜਿਵੇਂ KMnO4 ਦੇ ਵਿੱਚ Mn ਦਾ ਆਪਾਂ ਫਾਈਂਡ ਆਊਟ ਕਰਨਾ ਹੈ, ਤਾਂ ਜਿੰਦਾ ਫਾਈਂਡ ਆਊਟ ਕਰਨਾ ਹੈ ਉਹਨੂੰ x ਮੰਨ ਲਓ। ਬਾਕੀਆਂ ਦੇ ਆਕਸੀਡੇਸ਼ਨ ਸਟੇਟਸ ਜਿਵੇਂ ਆਕਸੀਜਨ ਦੀ -2 ਹੁੰਦੀ ਹੈ, ਪੋਟੈਸ਼ੀਅਮ ਦੀ +1, ਆਕਸੀਜਨ ਦੀ ਆਪਾਂ ਇੱਥੇ 4 ਐਟਮਸ ਹੈ ਜਿਸ ਕਰਕੇ ਇਹਨੂੰ 4 ਨਾਲ ਗੁਣਾ ਕਰ ਰਹੇ ਹਾਂ ਤੇ ਇਹਨਾਂ ਸਾਰਿਆਂ ਦੇ ਜੋੜ ਨੂੰ ਆਪਾਂ 0 ਦੇ ਬਰਾਬਰ, ਕਿਉਂਕਿ KMnO4 ਦੇ ਉੱਪਰ ਕੋਈ ਚਾਰਜ ਨਹੀਂ ਹੈ। तो ਜਦੋਂ ਇਹਨੂੰ ਸੋਲਵ ਕਰਾਂਗੇ x ਦੀ ਵੈਲਿਊ +7। ਹੁਣ H2S2O7 ਦੇ ਵਿੱਚ ਆਪਾਂ S ਦੀ ਫਾਈਂਡ ਆਊਟ ਕਰਨੀ ਹੈ ਤੇ ਧਿਆਨ ਨਾਲ ਦੇਖੋ S ਦੀ ਵੈਲਿਊ ਨੂੰ ਅਸੀਂ x ਲੈ ਲਿਆ, ਪਰ ਕਿਉਂਕਿ ਇੱਥੇ S ਦੇ 2 ਐਟਮ ਹੈ ਇਸ ਲਈ ਇਹਨੂੰ 2 ਦੇ ਨਾਲ ਮਲਟੀਪਲਾਈ ਕਰਾਂਗੇ ਤੇ ਬਿਲਕੁਲ ਸਿਮਿਲਰ ਤਰੀਕੇ ਦੇ ਨਾਲ x ਦੀ ਵੈਲਿਊ ਆਪਣੇ ਕੋਲੇ +6 ਆ ਜਾਂਦੀ। ਨੈਕਸਟ ਕੁਐਸਚਨ ਬੇਟਾ, ਡਾਇਮੰਡ ਔਰ ਫੁਲਰੀਨ ਦੇ ਉੱਤੇ ਆਪਾਂ ਨੂੰ ਸਟਰਕਚਰ ਵਾਈਜ਼ ਨੋਟ ਲਿਖਣਾ ਹੈ। तो डायमंड ਦਾ ਸਟਰਕਚਰ ਬੇਟੇ sp3 ਹਾਈਬ੍ਰਿਡਾਈਜੇਸ਼ਨ ਹੁੰਦੀ ਹੈ ਤੇ ਕਾਰਬਨ ਜਿਹੜਾ ਇੱਕ ਕਾਰਬਨ ਹੈ ਉਹ 4 ਹੋਰ ਕਾਰਬਨਸ ਦੇ ਨਾਲ ਸਟਰੋਂਗ ਕੋਵੈਲੈਂਟ ਬੌਂਡ ਬਣਾਉਂਦਾ ਹੈ। ਫੁਲਰੀਨ ਦੇ ਕੇਸ 'ਚ ਅਸੀਂ ਗੱਲ ਕਰਦੇ ਹਾਂ ਕਿ ਇਹ ਇੱਕ ਐਸਾ ਐਲੋਟ੍ਰੋਪ ਹੈ ਜਿਹੜਾ C32 C50 C60 C70 ਇੱਦਾਂ ਦਾ ਬੇਟੇ ਇਹਦਾ ਸਟਰਕਚਰ ਹੁੰਦਾ ਹੈ ਔਰ ਆਮ ਤੌਰ ਤੇ ਫੁਲਰੀਨਸ ਦੇ ਵਿੱਚ C60 ਜਿਹੜਾ ਹੈ ਸਭ ਤੋਂ ਕਾਮਨ ਫੁਲਰੀਨ ਹੈ ਔਰ ਇਹਦੀ ਨਾ ਜਿਵੇਂ ਫੁੱਟਬਾਲ ਦੀ ਬਾਲ ਹੁੰਦੀ ਹੈ, ਸੌਕਰ ਬਾਲ ਵਰਗੀ ਇਹਦੀ ਸ਼ੇਪ ਹੁੰਦੀ ਹੈ ਤੇ ਇਹ ਜਿਹੜਾ ਆਮ ਤੌਰ ਤੇ ਕਲਾਊਡਸ ਦੇ ਵਿੱਚ ਫਾਈਂਡ ਆਊਟ ਕੀਤਾ ਜਾਂਦਾ ਹੈ। ਦਿਸ ਇਜ਼ ਦੀ ਸ਼ੇਪ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹੈਕਸਾਗਨ ਤੇ ਪੈਂਟਾਗਨਸ ਜਿਹੜੇ ਹੈ ਉਹ ਫਾਈਂਡ ਆਊਟ ਕੀਤੇ ਜਾਂਦੇ ਆ। ਨੈਕਸਟ ਕੁਐਸਚਨ ਦੇ ਵਿੱਚ ਆਪਾਂ ਇਨਆਰਗੈਨਿਕ ਕੰਪਾਊਂਡਸ ਦੇ ਸਟਰਕਚਰ, ਸੋ ਹੈਕਸ ਦਾ ਮਤਲਬ ਹੈ 6 ਕਾਰਬਨ, तो 4 5 6 इनओइक एसिड तीसरी पोजीशन ते डबल बॉन्ड है और पहली पोजीशन ते ओइक एसिड मतलब C डबल बॉन्ड OH। नेक्स्ट है 4 नाइट्रो पेंट 1 आइन, तो पेंट का मतलब है 5 कार्बन 1 2 3 4 5, 1 पोजीशन ते आइन का मतलब है ट्रिपल बॉन्ड और चौथी कार्बन ते नाइट्रो ग्रुप। देन पेंटेन डाई अल, अल ਦਾ ਮਤਲਬ ਹੁੰਦਾ ਹੈ ਬੇਟਾ CHO, डाई अल मतलब 2 CHO, पेंट मतलब पेंटेन मीन्स टोटल 5 कार्बन 1 2 3 4 5। तो ਇਸ ਦੇ ਬਾਅਦ ਆਪਣੇ ਕੋਲੇ ਚੌਥਾ ਸਟਰਕਚਰ ਹੈ ਕਿ ਆਪਾਂ ਇੱਕ ਐਸੀ ਬੈਂਜ਼ੀਨ ਬਣਾਣੀ ਹੈ ਜਿੰਦੀ ਸੈਕਿੰਡ ਪੋਜੀਸ਼ਨ ਤੇ ਨਾਈਟ੍ਰੋ, ਪਹਿਲੀ ਪੋਜੀਸ਼ਨ ਤੇ ਫਲੋਰੋ ਔਰ ਫੋਰਥ ਪੋਜੀਸ਼ਨ ਤੇ ਈਥਾਈਲ ਗਰੁੱਪ ਲੱਗਿਆ ਹੋਇਆ ਹੈ। ਅਗਲੇ ਕੁਐਸਚਨ ਦੇ ਵਿੱਚ ਆਪਾਂ ਮਾਰਕੋਨਿਕਵ ਰੂਲ ਐਕਸਪਲੇਨ ਕਰਨਾ ਹੈ ਐਗਜ਼ਾਮਪਲ ਦੇ ਨਾਲ। ਮਾਰਕੋਨਿਕਵ ਰੂਲ ਦੀ ਪਹਿਲੀ ਜਿਹੜੀ ਜ਼ਰੂਰੀ ਸ਼ਰਤ ਹੈ ਕਿ ਅਨਸਿਮੈਟ੍ਰਿਕਲ ਐਲਕੀਨ ਦੇ ਵਿੱਚ ਜਦੋਂ ਕਿਸੇ ਦੀ ਐਡੀਸ਼ਨ ਹੋਣੀ ਹੈ ਤਾਂ ਨੈਗੇਟਿਵ ਗਰੁੱਪ ਉਸ ਕਾਰਬਨ ਕੋਲੇ ਜਾਂਦਾ ਹੈ ਜਿਹਦੇ ਕੋਲੇ ਘੱਟ ਨੰਬਰ ਆਫ ਹਾਈਡਰੋਜਨ ਹੋਣ। ਪ੍ਰੋਪੀਨ ਦੀ ਐਗਜ਼ਾਮਪਲ ਲੈਂਦੇ ਆ ਜਿਹਦੇ ਵਿੱਚ HBr ਐਡ ਹੋਣਾ ਹੈ, ਸੋ ਬ੍ਰੋਮੀਨ ਦੇ ਉੱਤੇ ਨੈਗੇਟਿਵ ਚਾਰਜ ਹੈ, ब्रोमीन इस कार्बन को ले जाएगी जिंदे कोले घट नंबर ऑफ हाइड्रोजन, तो अपने कोले 2 ब्रोमो प्रोपेन इत्थे मेजर प्रोडक्ट बन जाता।
दैन सैक्शन सी जिंदे च अपने कोले 3 मार्क्स क्वेश्चन है। पहला सवाल है कि सीपी और सीवी च रिलेशनशिप दसो। बेटे सीपी दी डेफिनेशन और सीवी दी डेफिनेशन दसन दे बाद तुसी सीवी इज इक्वल टू क्यूवी अपॉन डेल्टा टी, ठीक है, और क्यू वी जी है वो डेल्टा यू के बराबर होंगी है, मतलब हीट इवॉल्वड और एब्जॉर्ब्ड एट कॉन्सटेंट वॉल्यूम, उन्होंने असी चेंज इन इंटरनल एनर्जी कहने हैं। तो डेल्टा यू की वैल्यू जी है वो सी वी डेल्टा टी बन जाएगी। इसे तरीके नाल सी पी की डेफिनेशन च आपां क्यू पी नू डेल्टा एच के बराबर पुट करके डेल्टा एच की वैल्यू सी पी डेल्टा टी कढ़ लैंदे हैं। और आपां नू रिलेशन पता है कि डेल्टा एच इज इक्वल टू डेल्टा यू प्लस पी डेल्टा वी। ਆਪਾਂ ਇੱਥੇ ਡੈਲਟਾ ਐਚ ਨੂੰ ਸੀ ਪੀ ਡੈਲਟਾ ਟੀ ਔਰ ਡੈਲਟਾ ਯੂ ਨੂੰ ਸੀ ਵੀ ਡੈਲਟਾ ਟੀ ਪੁੱਟ ਕਰ ਦਿੰਨੇ ਹੈ ਔਰ ਪੀ ਡੈਲਟਾ ਵੀ ਦੀ ਥਾਂ ਤੇ ਐਨ ਆਰ ਟੀ ਔਰ ਆਪਣੇ ਕੋਲੇ ਰਿਲੇਸ਼ਨ ਆ ਜਾਂਦਾ ਹੈ ਸੀ ਪੀ ਮਾਈਨਸ ਸੀ ਵੀ ਇਜ਼ ਇਕੁਅਲ ਟੂ ਆਰ। ਇੱਥੋਂ ਬੇਟਾ ਇਹ ਵੀ ਸਿੱਧ ਹੁੰਦਾ ਹੈ ਕਿ ਜਿਹੜਾ ਸੀ ਪੀ ਹੈ ਉਹ ਸੀ ਵੀ ਨਾਲੋਂ ਗ੍ਰੇਟਰ ਹੈ। ਨੈਕਸਟ ਕੁਐਸਚਨ ਦੇ ਵਿੱਚ ਸਿੱਧਾ ਸਵਾਲ ਹੈ, ਆਪਾਂ ਬੋਇਲਸ ਲਾਅ ਦੀ ਸਟੇਟਮੈਂਟ ਦੇਣੀ ਹੈ ਤੇ ਡਿਰਾਈਵ ਕਰਨਾ ਹੈ ਤੇ ਇਹ ਦੱਸਣਾ ਹੈ ਕਿ ਟੈਂਪਰੇਚਰ ਦੇ ਨਾਲ ਇਹ ਕਿਵੇਂ ਵੇਰੀ ਕਰਦਾ ਹੈ। ਸੋ ਬੇਟਾ ਕਾਂਸਟੈਂਟ ਟੈਂਪਰੇਚਰ ਤੇ ਆਪਣੇ ਕੋਲੇ ਪ੍ਰੈਸ਼ਰ ਔਰ ਵੋਲਿਊਮ ਦੇ ਵਿੱਚ ਇਨਵਰਸਲੀ ਰਿਲੇਸ਼ਨਸ਼ਿਪ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਬੋਇਲਸ ਲਾਅ। ਜਿਵੇਂ ਜਿਵੇਂ ਪ੍ਰੈਸ਼ਰ ਵਧੇਗਾ ਉਵੇਂ ਉਵੇਂ ਵੋਲਿਊਮ ਘਟੇਗਾ। ਸੋ ਪ੍ਰੈਸ਼ਰ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਵੋਲਿਊਮ। ਔਰ ਜਦੋਂ ਬੇਟੇ ਆਪਾਂ ਇਸ ਪ੍ਰੋਪੋਰਸ਼ਨੈਲਿਟੀ ਨੂੰ ਇਕੁਐਲਿਟੀ 'ਚ ਬਦਲਦੇ ਹਾਂ ਤਾਂ ਪ੍ਰੋਡਕਟ ਆਫ ਪ੍ਰੈਸ਼ਰ ਐਂਡ ਵੋਲਿਊਮ ਬਿਕਮਸ ਕਾਂਸਟੈਂਟ। ਇੱਥੇ ਹੀ ਆਪਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਹੈ ਕਿ ਟੈਂਪਰੇਚਰ ਦੇ ਨਾਲ ਇਹ ਕਿਵੇਂ ਵੇਰੀ ਕਰੇਗਾ। ਸੋ ਬੇਟੇ ਆਪਾਂ ਇੱਥੇ ਗ੍ਰਾਫ ਪਲਾਟ ਕਰਕੇ ਦਿਖਾਣਾ ਹੈ ਕਿਸੇ ਪਾਰਟਿਕੂਲਰ ਇੱਕ ਟੈਂਪਰੇਚਰ ਤੇ ਆ ਕਿਸੇ ਦੂਸਰੇ ਟੈਂਪਰੇਚਰ। ਜਿਸ ਤਰ੍ਹਾਂ ਪ੍ਰੈਸ਼ਰ ਵਧੇਗਾ ਉਸੇ ਤਰੀਕੇ ਨਾਲ 1/v, ਜਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਕਹਿ ਸਕਦੇ ਹੋ ਬੇਟਾ ਜੀ ਕਿ ਜਿਵੇਂ ਜਿਵੇਂ ਪ੍ਰੈਸ਼ਰ ਵੱਧ ਰਿਹਾ ਹੈ ਉਵੇਂ ਉਵੇਂ ਟੈਂਪਰੇਚਰ ਉਵੇਂ ਉਵੇਂ ਵੋਲਿਊਮ ਜਿਹੜਾ ਹੈ ਉਹ ਘਟੇਗਾ ਐਟ ਕਨਸਟੈਂਟ ਟੈਂਪਰੇਚਰ। ਸੋ ਜਿਵੇਂ ਟੈਂਪਰੇਚਰ ਦੇ ਇਫੈਕਟ ਦੀ ਗੱਲ ਕੀਤੀ ਜਾਂਦੀ ਹੈ ਤਾਂ ਤੁਸੀਂ ਇੱਥੇ ਪ੍ਰੈਸ਼ਰ ਵੋਲਿਊਮ ਦੇ ਡਿਫਰੈਂਟ ਕੇਸਿਸ ਲੈ ਕੇ ਉਹ ਸਟੱਡੀ ਕਰ। ਲਿਕੁਇਡ ਡ੍ਰੌਪਲੇਟਸ ਦੀ ਸ਼ੇਪ ਜਿਹੜੀ ਹੈ ਉਹ ਸਫੈਰਿਕਲ ਕਿਉਂ ਹੁੰਦੀ ਹੈ? ਬੇਟੇ ਸਫੀਅਰ ਇੱਕ ਐਸਾ ਆਕਾਰ ਹੈ ਜਿੰਦੇ 'ਚ ਸਰਫੇਸ ਏਰੀਆ ਮਿਨੀਮਮ ਹੁੰਦਾ ਹੈ ਤੇ ਵੋਲਿਊਮ ਮੈਕਸਿਮਮ ਹੁੰਦਾ ਹੈ। ਸਫੀਅਰ ਇੱਕ ਐਸੀ ਸ਼ੇਪ ਹੈ ਜਿੰਦਾ ਸਰਫੇਸ ਏਰੀਆ ਮਿਨੀਮਮ ਹੁੰਦਾ ਹੈ, ਘੱਟੋ ਘੱਟ ਸਰਫੇਸ ਏਰੀਆ ਤੇ ਵੋਲਿਊਮ ਮੈਕਸਿਮਮ। ਰੇਨ ਡ੍ਰੌਪਸ ਜਿਹੜੇ ਹੈ ਉਹ ਵਾਟਰ ਦੇ ਬਣੇ ਹੁੰਦੇ ਹੈ ਤੇ ਵਾਟਰ ਸਰਫੇਸ ਟੈਂਸ਼ਨ ਕੈਰੀ ਕਰਦਾ। ਸਰਫੇਸ ਟੈਂਸ਼ਨ ਦੇ ਇਸ ਗੁਣ ਕਰਕੇ ਰੇਨ ਡ੍ਰੌਪਸ ਸਫੈਰਿਕਲ ਸ਼ੇਪ 'ਚ ਗਿਰਦੇ ਹੈ ਜਿਨ੍ਹਾਂ ਦਾ ਸਰਫੇਸ ਏਰੀਆ ਸਭ ਤੋਂ ਘੱਟ ਹੋਏਗਾ ਤੇ ਵੋਲਿਊਮ ਸਭ ਤੋਂ ਵੱਧ ਹੋਏਗਾ। ਨੈਕਸਟ ਕੇਸ ਦੇ ਵਿੱਚ ਆਪਾਂ ਰੈਜ਼ੋਨੇਟਿੰਗ ਸਟਰਕਚਰਸ ਡਰਾ ਕਰਦੇ ਹਾਂ। ਸੋ ਰੈਜ਼ੋਨੇਟਿੰਗ ਸਟਰਕਚਰ ਫਿਨੋਲ ਦੀਆਂ, ਇੱਥੇ ਤੁਸੀਂ ਆਕਸੀਜਨ ਦੇ ਕੋਲੇ 2 ਲੋਨ ਪੇਅਰ, ਜਦੋਂ ਇਹ ਲੋਨ ਪੇਅਰ ਇਸ ਕਾਰਬਨ ਕੋਲੇ ਚਲਾ ਜਾਂਦਾ ਤਾਂ ਇੱਥੇ ਪੋਜ਼ਿਟਿਵ ਚਾਰਜ ਆ ਜਾਏਗਾ। ਐਜ਼ ਅ ਰਿਜ਼ਲਟ ਇਸ ਕਾਰਬਨ ਕੋਲੇ ਨੈਗੇਟਿਵ ਚਾਰਜ, ਜੋ ਕਿ ਨੈਗੇਟਿਵ ਚਾਰਜ ਜਿਹੜਾ ਹੈ ਆਰਥੋ ਪੈਰਾ ਪੋਜੀਸ਼ਨਸ ਤੇ ਘੁੰਮਦਾ ਹੈ ਤੇ ਬੈਂਜ਼ੀਨ ਰਿੰਗ ਦੇ ਅੰਦਰਲੇ ਪਾਸੇ ਐਜ਼ ਯੂ ਕੈਨ ਸੀ ਇੱਥੇ ਨੈਗੇਟਿਵ ਚਾਰਜ ਆ ਜਾਏਗਾ ਔਰ ਇੱਥੇ ਤੁਸੀਂ ਪੋਜ਼ਿਟਿਵ ਚਾਰਜ ਆਕਸੀਜਨ ਦੇ ਉੱਤੇ ਸ਼ੋ ਕਰਨਾ ਹੈ। ਦੈਨ ਐਸੀਟੇਟ ਆਇਨ ਦੇ ਆਪਣੇ ਕੋਲੇ ਇਹ ਰੈਜ਼ੋਨੇਟਿੰਗ ਸਟਰਕਚਰ ਹੈ। ਇੱਕ ਵਾਰੀ ਡਬਲ ਬੌਂਡ ਇੱਕ ਕਾਰਬਨ ਦੇ ਇੱਕ ਆਕਸੀਜਨ ਦੇ ਨਾਲ ਔਰ ਨੈਕਸਟ ਟਾਈਮ ਡਬਲ ਬੌਂਡ ਦੀ ਥਾਂ ਤੇ ਜਿਹੜਾ ਉਹ ਨੈਗੇਟਿਵ ਹੈ ਬੇਟੇ ਉਹ ਦੂਸਰੀ ਆਕਸੀਜਨ ਦੇ ਨਾਲ ਹੋ ਜੇ। ਸੈਕਸ਼ਨ ਡੀ ਦੇ ਵਿੱਚ ਤੁਹਾਨੂੰ ਨੇਮਡ ਰਿਐਕਸ਼ਨਸ ਪੁੱਛੀਆਂ ਗਈਆਂ। ਵੁਡਸ ਰਿਐਕਸ਼ਨ ਦੇ ਵਿੱਚ ਅਲਕਾਈਲ ਹੈਲਾਈਡ ਦੇ 2 ਮੋਲੀਕਿਊਲ ਸੋਡੀਅਮ ਦੇ 2 ਐਟਮਸ ਦੇ ਨਾਲ ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ ਰਿਐਕਟ ਕਰਕੇ ਇਥੇਨ ਬਣਾਉਂਦੇ ਆ ਬੇਟਾ। ਦਿਸ ਇਜ਼ ਰਿਟਨ ਰੋਂਗ ਹੇਅਰ, ਇਟ ਇਜ਼ ਐਕਚੁਅਲੀ ਇਥੇਨ। ਕਾਲਬਸ ਰਿਐਕਸ਼ਨ ਦੇ ਵਿੱਚ ਸੋਡੀਅਮ ਸਾਲਟ ਆਫ ਕਾਰਬੋਕਸਿਲਿਕ ਐਸਿਡ ਤੋਂ ਆਪਣੇ ਕੋਲੇ ਅਲਕੇਨ ਆਬਟੇਨ ਹੁੰਦੀ ਹੈ। ਓਜ਼ੋਨੋਲਿਸਿਸ ਆਫ ਅਲਕੀਨ ਦੇ ਵਿੱਚ ਜਿੱਥੇ ਡਬਲ ਬੌਂਡ ਹੈ ਉੱਥੇ ਆਪਾਂ ਡਬਲ ਬੌਂਡ O, ਕਾਰਬੋਨਲ ਕਾਰਬਨ, ਦਿਸ ਇਜ਼ ਮੀਥੇਨਲ। ਦੈਨ ਵੁਡਸ ਫਟਿਗ ਰਿਐਕਸ਼ਨ ਦੇ ਵਿੱਚ ਬੇਟੇ ਆਪਾਂ ਇੱਕ ਲੈਨੇ ਆ
ਵੁਡਸ ਫਿਟਿਗ ਰਿਐਕਸ਼ਨ ਦੇ ਵਿੱਚ ਇੱਕ ਆਪਾਂ ਇਰਾਈਲ ਹੈਲਾਈਡ ਲੈਂਦੇ ਹਾਂ ਔਰ ਦੂਸਰਾ ਆਪਾਂ ਐਲਕਾਈਲ ਹੈਲਾਈਡ ਲੈਂਦੇ ਹਾਂ ਔਰ ਇਹ ਆਪਣੇ ਕੋਲੇ ਪ੍ਰੋਡਕਟ ਬਣ ਜਾਏਗਾ ਜਿੱਥੇ ਬੈਂਜ਼ੀਨ ਰਿੰਗ ਦੇ ਉੱਤੇ ਆਰ ਗਰੁੱਪ ਲੱਗਿਆ ਹੋਇਆ। ਦੈਨ ਪੰਜਵੀਂ ਰਿਐਕਸ਼ਨ ਦੇ ਵਿੱਚ ਬੇਟੇ ਆਪਾਂ ਨੂੰ ਫਰੀਡਲ ਕਰਾਫਟ ਐਲਕਾਈਲੇਸ਼ਨ ਦੇ ਵਿੱਚ ਬੇਟੇ ਆਪਾਂ CH3Cl ਦਾ ਇਸਤੇਮਾਲ ਕਰਾਂਗੇ। ਸੋ ਇੱਥੇ ਆਪਣੇ ਕੋਲੇ ਆ ਜਾਏਗਾ ਬੈਂਜ਼ੀਨ ਰਿੰਗ ਦੇ ਉੱਤੇ CH3 ਗਰੁੱਪ ਐਨਹਾਈਡਰਸ AlCl3 ਦੀ ਪ੍ਰੈਜ਼ੈਂਸ ਦੇ ਵਿੱਚ ਇਹ ਰਿਐਕਸ਼ਨ ਹੋਗਾ। ਨੈਕਸਟ ਇਸ ਦੇ ਵਿੱਚ ਬੇਟੇ ਆਪਣੇ ਕੋਲੇ ਔਰ ਦੇਖਦੇ ਹਾਂ ਸਵਾਲ ਆਂਦਾ ਹੈ ਕਿ ਕਨਫਰਮੇਸ਼ਨ ਡਿਫਾਈਨ ਕਰੋ। ਕਨਫਰਮੇਸ਼ਨ ਕੀ ਹੁੰਦਾ ਹੈ ਬੇਟਾ ਕਿ ਅਜਿਹੇ ਡਿਫਰੈਂਟ ਮੋਲੀਕੂਲਰ ਅਰੇਂਜਮੈਂਟ ਜਿਹੜੇ ਕਾਰਬਨ ਸਿੰਗਲ ਬੌਂਡ ਦੇ ਅਰਾਊਂਡ ਰੋਟੇਸ਼ਨ ਕਰਕੇ ਸੰਭਵ ਹੁੰਦੇ ਆ ਉਹਨਾਂ ਨੂੰ ਕਿਹਾ ਜਾਂਦਾ ਹੈ ਕਨਫਰਮੇਸ਼ਨ। ਦੋ ਤਰ੍ਹਾਂ ਦੀਆਂ ਕਨਫਰਮੇਸ਼ਨ ਹੈ, ਸਟੈਗਰਡ ਔਰ ਇਕਲਿਪਸਡ। ਸਟੈਗਰਡ ਦੇ ਵਿੱਚ ਸਾਰੇ ਐਟਮ ਇੱਕ ਦੂਸਰੇ ਤੋਂ ਵੱਧੋ ਵੱਧ ਦੂਰੀ ਤੇ ਹੁੰਦੇ ਹੈ ਜਿਸ ਕਰਕੇ ਰਿਪਲਸ਼ਨਸ ਜਿਹੜੀਆਂ ਬਹੁਤ ਹੀ ਘੱਟ ਹੁੰਦੀਆਂ ਹੈ ਜਿਸ ਕਰਕੇ ਇਹ ਜ਼ਿਆਦਾ ਸਟੇਬਲ ਹੁੰਦਾ ਹੈ। ਇਕਲਿਪਸਡ ਦੇ ਵਿੱਚ ਸਾਰੇ ਐਟਮ ਇੱਕ ਦੂਸਰੇ ਦੇ ਕਲੋਜ਼ ਹੁੰਦੇ ਆ, ਨੇੜੇ ਹੁੰਦੇ ਆ ਜਿਸ ਕਰਕੇ ਉਹਨਾਂ 'ਚ ਮੋਰ ਫੋਰਸਿਸ ਆਫ ਰਿਪਲਸ਼ਨ ਹੁੰਦੀਆਂ ਤੇ ਲੈਸ ਸਟੇਬਿਲਿਟੀ ਹੁੰਦੀ। ਸੋ ਵਿਦ ਦਿਸ ਆਈ ਹੋਪ ਬੇਟਾ ਕਿ ਤੁਹਾਨੂੰ ਇਹ ਸੈਂਪਲ ਪੇਪਰ ਔਰ ਇਹਦੇ ਸਾਰੇ ਸੋਲਿਊਸ਼ਨਸ ਕਲੀਅਰ ਹੋ ਗਏ ਹੋਣਗੇ ਐਂਡ ਦਿਸ ਟਰਨਸ ਆਊਟ ਟੂ ਬੀ very helpful in preparation of term 2. So thanks for watching.